ਓਸ਼ੋ ਦਾ ਲੈਕਚਰ। ਅਹੁਦੇ ਦੀ ਖੋਜ ਧਿਆਨ ਦੀ ਖੋਜ ਹੈ, ਪਰ ਰੋਗੀ, ਕਿਉਂਕਿ ਇਹ ਜੋ ਧਿਆਨ ਹੈ ਇਸ ਤਰ੍ਹਾਂ ਮੰਗਣਾ, ਜ਼ਬਰਦਸਤੀ ਮੰਗਣਾ ਹਿੰਸਾਤਮਕ ਹੈ। ਜਿਵੇਂ ਬੱਚਾ ਚੀਜ਼ਾਂ ਤੋੜ ਕੇ ਧਿਆਨ ਮੰਗ ਰਿਹਾ ਹੈ, ਇਵੇਂ ਹੀ ਰਾਜਨੀਤਿਕ ਵੀ ਹਿੰਸਾਤਮਕ ਹੋ ਕੇ ਧਿਆਨ ਮੰਗ ਰਿਹਾ ਹੈ। ਤੁਸੀਂ ਦੇਖੋ, ਜੇ ਕਦੇ ਇਸ ਮੁਲਕ 'ਚ ਯੁੱਧ ਹੋ ਜਾਏ ਤਾਂ ਯੁੱਧ ਦੇ ਸਮੇਂ ਜਿਹੜਾ ਮੁਲਕ ਦਾ ਵੱਡਾ ਨੇਤਾ ਮਹਾਨ ਨੇਤਾ ਹੋ ਜਾਂਦਾ ਹੈ, ਕਿਉਂਕਿ ਯੁੱਧ ਦੇ ਸਮੇਂ ਜਿੰਨਾ ਧਿਆਨ ਤੁਹਾਨੂੰ ਨੇਤਾ ਉੱਤੇ ਦੇਣਾ ਪੈਂਦਾ ਹੈ, ਉਹਨਾਂ ਸ਼ਾਂਤੀ ਦੇ ਸਮੇਂ ਨਹੀਂ ਦੇਣਾ ਪੈਂਦਾ। ਇਸ ਲਈ ਰਾਜਨੀਤਿਕ ਤੁਹਾਨੂੰ ਕਹਿੰਦਾ ਹੈ ਕਿ ਜੇ ਕਿਸੇ ਨੇ ਮਹਾਨ ਨੇਤਾ ਬਣਨਾ ਹੋਵੇ ਤਾਂ ਅਹੁਦੇ ਦੇ ਸਮੇਂ ਯੁੱਧ ਹੋਣਾ ਹੀ ਚਾਹੀਦਾ ਹੈ। ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਹੋ ਗਿਆ, ਬੰਗਲਾਦੇਸ਼ ਨੂੰ ਲੈ ਕੇ ਤਾਂ ਇੰਦਰਾ ਨੂੰ ਤੁਸੀਂ ਕਹਿਣ ਲੱਗੇ ਕਿ ਮਹਾਂਕਾਲੀ ਹੈ। ਤੁਸੀਂ ਉਹ ਕਦੇ ਨਾ ਕਿਹਾ ਹੁੰਦਾ ਜੇ ਯੁੱਧ 'ਚ ਜਿੱਤ ਨਾ ਮਿਲੀ ਹੁੰਦੀ। ਨੇਤਾ ਖੋ ਜਾਂਦੇ ਨੇ ਜੇਕਰ ਯੁੱਧ ਉਹਨਾਂ ਦੇ ਜੀਵਨ 'ਚ ਨਾ ਵਾਪਰੇ। ਜੇ ਯੁੱਧ 'ਚੋਂ ਹਾਰ ਜਾਣ ਤਾਂ ਫਿਰ ਧਿਆਨ ਉਹਨਾਂ ਨੂੰ ਬਿਲਕੁਲ ਨਹੀਂ ਮਿਲਦਾ, ਅਤੇ ਜੇ ਯੁੱਧ 'ਚ ਜਿੱਤ ਜਾਣ ਤਾਂ ਫਿਰ ਪੂਰਾ ਧਿਆਨ ਮਿਲਦਾ ਹੈ। ਇਸ ਲਈ ਨੇਤਾ ਬੜੀ ਕੋਸ਼ਿਸ਼ 'ਚ ਹੁੰਦਾ ਕਿ ਕਿਸੇ ਤਰ੍ਹਾਂ ਜਿੱਤ ਦਾ ਸਿਹਰਾ ਉਹਦੇ ਸਿਰ 'ਤੇ ਵੱਜ ਜਾਏ ਤਾਂ ਕਿ ਸਾਰਾ ਮੁਲਕ, ਸਾਰੀ ਦੁਨੀਆ ਧਿਆਨ ਦੇਵੇ। ਪਰ ਇਹ ਰੋਗੀ ਹੈ, ਕਿਉਂਕਿ ਉਹ ਧਿਆਨ ਪ੍ਰੇਮ ਤੋਂ ਨਹੀਂ ਮਿਲ ਰਿਹਾ, ਉਹ ਧਿਆਨ ਸਿਰਜਨਾਤਮਕ ਨਹੀਂ ਮਿਲ ਰਿਹਾ, ਉਹ ਧਿਆਨ ਮਿਲ ਰਿਹਾ ਤਬਾਹੀ ਨਾਲ, ਹਿੰਸਾ ਨਾਲ, ਘਿਰਨਾ ਨਾਲ। ਪਰ ਇਹ ਉਹੀ ਬੱਚੇ ਹਨ ਜਿਨ੍ਹਾਂ ਨੇ ਘਰ 'ਚ ਭਾਂਡੇ ਭੰਨ ਕੇ ਧਿਆਨ ਖਿੱਚਿਆ ਹੋਏਗਾ। ਹੁਣ ਉਹ MLA, MP, ਮਿਨਿਸਟਰ ਬਣ ਕੇ ਧਿਆਨ ਖਿੱਚ ਰਹੇ ਹਨ। ਇਹ ਉਹੀ ਬੱਚੇ ਹਨ ਜਿਨ੍ਹਾਂ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ। ਜੇ ਮਾਂ ਦਾ ਪਿਆਰ ਮਿਲਿਆ ਹੋਵੇ ਤਾਂ ਬੰਦਾ ਹਿੰਸਾਤਮਕ ਢੰਗ ਨਾਲ ਧਿਆਨ ਨਹੀਂ ਖਿੱਚਦਾ, ਤਦ ਖਿੱਚਦਾ ਹੈ ਸਿਰਜਨਾਤਮਕ ਢੰਗ ਨਾਲ, ਤਦ ਉਹ ਆਨੰਦਿਤ ਹੁੰਦਾ ਹੈ। ਅਤੇ ਜੇ ਧਿਆਨ ਨਾਲ ਆਨੰਦ ਮਿਲ ਜਾਵੇ ਤਾਂ ਠੀਕ ਹੈ, ਤਦ ਉਹ ਰੋਂਦਾ ਚਿਲਾਉਂਦਾ ਨਹੀਂ ਹੈ। ਇਹ ਜੋ ਧਿਆਨ ਦੀ ਭਾਲ ਹੈ, ਇਹ ਤੁਸੀਂ ਦੁੱਖ ਦੇ ਨਾਲ ਨਾ ਜੋੜਨਾ, ਨਹੀਂ ਤਾਂ ਤੁਸੀਂ ਹੋਰ ਦੁਖੀ ਹੁੰਦੇ ਚਲੇ ਜਾਓਗੇ। ਇਹ ਦੂਜੇ ਨੂੰ ਦੁੱਖ ਦੇ ਕੇ ਵੀ ਧਿਆਨ ਨਾ ਮੰਗਣਾ, ਕਿਉਂਕਿ ਤਦ ਤੁਸੀਂ ਹੋਰ ਦੁਖੀ ਹੁੰਦੇ ਚਲੇ ਜਾਓਗੇ। ਤੁਸੀਂ ਆਪਣੇ ਜੀਵਨ ਦੇ ਸੁੱਖ ਛਿਣਾਂ ਨੂੰ ਇਕੱਠਾ ਕਰਨਾ, ਉਹਨਾਂ ਦੀ ਯਾਦ ਸੰਜੋਣਾ। ਧਿਆਨ ਦੇ ਪ੍ਰਯੋਗ 'ਚ ਜਦ ਵੀ ਤੁਹਾਨੂੰ ਕੋਈ ਅਨੁਭਵ ਮਿਲੇ, ਕੋਈ ਤਾਜ਼ੀ ਹਵਾ ਤੁਹਾਡੇ ਅੰਦਰੋਂ ਦੀ ਲੰਘ ਜਾਏ, ਕੋਈ ਸੂਰਜ ਦੀ ਕਿਰਨ ਲਿਸ਼ਕ ਜਾਏ, ਕੋਈ ਫੁੱਲ ਖਿੜ ਜਾਏ, ਕੋਈ ਸੁਗੰਧ ਭਰ ਜਾਏ, ਕੋਈ ਸੰਗੀਤ ਦਾ ਟੁਕੜਾ ਤੁਹਾਨੂੰ ਸੁਣਾਈ ਪੈ ਜਾਏ, ਉਹਨੂੰ ਇਕੱਠਾ ਕਰਦੇ ਜਾਣਾ, ਹਿਰਦੇ ਦੀ ਗਹਿਰਾਈ ਵਿੱਚ ਉਹਨੂੰ ਸੰਜੋਂਦੇ ਜਾਣਾ, ਉਹਨੂੰ ਵੱਧ ਤੋਂ ਵੱਧ ਜੀਣ ਦੀ ਕੋਸ਼ਿਸ਼ ਕਰਨਾ, ਉਹਨੂੰ ਵੱਧ ਤੋਂ ਵੱਧ ਪੁਕਾਰਨਾ, ਉਹਨੂੰ ਵੱਧ ਤੋਂ ਵੱਧ ਅਨੁਭਵ ਵਿੱਚ ਉਤਾਰਨਾ। ਜਦ ਵੀ ਮੌਕਾ ਮਿਲੇ, ਇਕਾਂਤ ਛਿਨ ਮਿਲੇ, ਅੱਖਾਂ ਬੰਦ ਕਰ ਲੈਣਾ, ਉਸੇ ਛਿਨ 'ਚ ਪਰਤ ਜਾਣਾ, ਉਹਨੂੰ ਮੁੜ ਕੇ ਜੀਣਾ। ਤੁਸੀਂ ਉਹਨੂੰ ਵਧਾ ਰਹੇ ਹੋ, ਤੁਸੀਂ ਉਹਨੂੰ ਜੀਵਨ 'ਤੇ ਧਿਆਨ ਦੇ ਰਹੇ ਹੋ। ਹੌਲੀ ਹੌਲੀ ਤੁਸੀਂ ਪਾਓਗੇ ਹੋਰ ਵੱਡੇ ਹਿੱਸੇ ਆਉਣ ਲੱਗੇ ਹਨ, ਹੋਰ ਵੱਡੇ ਟੁਕੜੇ ਉਤਰਨ ਲੱਗੇ ਹਨ, ਹੋਰ ਚੀਜ਼ਾਂ ਸਾਫ਼ ਹੋਣ ਲੱਗੀਆਂ ਹਨ। ਸੰਗੀਤ ਦਾ ਬੋਧ ਹੋਰ ਗੂੜ੍ਹਾ ਹੋਣ ਲੱਗਿਆ ਹੈ। ਜਦ ਤੱਕ ਤੁਸੀਂ ਸਿਰਫ ਮਨੁੱਖ ਹੋ, ਤਦ ਤੱਕ ਉਸ ਮਹਾਂ ਸੰਗੀਤ ਦੇ ਕੁਝ ਅੰਸ਼ ਹੀ ਤੁਹਾਡੇ ਕੰਨਾਂ ਤੱਕ ਪਹੁੰਚਦੇ ਹੈ। ਜਦ ਤੁਸੀਂ ਧਿਆਨ ਦੇ ਕੇ ਸੁਣਦੇ ਹੋ ਤਾਂ ਉਹਨਾਂ ਨੂੰ ਠੀਕ ਠੀਕ ਚੇਤੇ ਰੱਖੋ, ਤਾਂ ਜੋ ਕੁਝ ਤੁਹਾਡੇ ਤੱਕ ਪਹੁੰਚਿਆ ਉਹ ਖੋ ਨਾ ਜਾਵੇ। ਉਸ ਨਾਲ ਉਸ ਰਹੱਸ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰੋ, ਜਿਸ ਰਹੱਸ ਨੇ ਤੁਹਾਨੂੰ ਚਾਰ ਚੁਫੇਰੇ ਤੋਂ ਘੇਰਿਆ ਹੋਇਆ ਹੈ। ਜੋ ਵੀ ਸ੍ਰੇਸ਼ਟ ਮਿਲਦਾ ਹੈ ਉਹ ਖੋਇਆ ਜਾ ਸਕਦਾ ਹੈ। ਜਦ ਤੱਕ ਕਿ ਪੂਰਨ ਦੀ ਪ੍ਰਾਪਤੀ ਨਹੀਂ ਹੁੰਦੀ, ਤਦ ਤੱਕ ਕੁਝ ਵੀ ਪਾਇਆ ਖੋਇਆ ਜਾ ਸਕਦਾ ਹੈ। ਇਹਦਾ ਧਿਆਨ ਰੱਖਣਾ। ਅਜਿਹਾ ਨਾ ਸੋਚ ਲੈਣਾ ਕਿ ਜੋ ਪਾ ਲਿਆ ਉਹ ਖੋਏਗਾ ਨਹੀਂ। ਜਦ ਤੱਕ ਪੂਰਨ ਨਾ ਮਿਲ ਜਾਏ ਤਦ ਤੱਕ ਤੁਸੀਂ ਲਾਪਰਵਾਹੀ ਨਹੀਂ ਕਰਨੀ। ਤਦ ਤੱਕ ਤਾਂ ਜੋ ਥੋੜ੍ਹਾ ਬਹੁਤ ਮਿਲਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਦੁੱਖ ਤੁਹਾਡੇ ਕੋਲ ਬਹੁਤ ਹੈ। ਸੁੱਖ ਦਾ ਛਿਨ ਕਦੇ ਮਿਲਦਾ ਹੈ, ਅਤੇ ਜੇ ਤੁਸੀਂ ਲਾਪਰਵਾਹੀ ਕੀਤੀ ਤਾਂ ਇਸ ਦੁੱਖ 'ਚੋਂ ਕਿਤੇ ਵੀ ਖੋ ਜਾਏਗਾ। ਤੁਹਾਡੇ ਘਰ 'ਚ ਕੂੜ ਕਬਾੜ ਇੰਨਾ ਹੈ, ਜੇ ਤੁਹਾਨੂੰ ਇੱਕ ਹੀਰੇ ਦਾ ਟੁਕੜਾ ਵੀ ਮਿਲ ਜਾਏ ਤਾਂ ਤੁਸੀਂ ਉਹਨੂੰ ਆਪਣੇ ਘਰ ਦੇ ਕੂੜ ਕਬਾੜ 'ਚ ਖੋ ਸਕਦੇ ਹੋ। ਕਿਤੇ ਬਾਹਰ ਜਾ ਕੇ ਖੋਣ ਦੀ ਕੋਈ ਲੋੜ ਨਹੀਂ। ਉਹ ਤੁਹਾਡੇ ਘਰ ਦੀ ਧੂੜ 'ਚ ਕਿਤੇ ਵੀ ਦੱਬ ਸਕਦਾ ਹੈ। ਉਹ ਇੰਨਾ ਛੋਟਾ ਹੈ, ਮੁਸ਼ਕਿਲ ਨਾਲ ਲੱਭਿਆ ਜਾ ਸਕਦਾ ਹੈ, ਅਤੇ ਤੁਸੀਂ ਘਰ 'ਚ ਇੰਨਾ ਕਚਰਾ ਇਕੱਠਾ ਕੀਤਾ ਹੈ, ਉਸ ਕਚਰੇ 'ਚ ਉਹ ਦੱਬਿਆ ਪਿਆ ਰਹਿ ਜਾਏਗਾ। ਆਪਣੇ ਹਿਰਦੇ ਦੇ ਇੱਕ ਕੋਨੇ ਨੂੰ ਸਾਫ਼ ਕਰ ਲਓ, ਉੱਥੇ ਸਿਰਫ ਸੁੱਖ ਨੂੰ ਸੰਜੋ, ਜਦ ਤੱਕ ਕਿ ਪੂਰਨ ਦੀ ਪ੍ਰਾਪਤੀ ਨਹੀਂ ਹੁੰਦੀ। ਪੂਰਨ ਦੀ ਪ੍ਰਾਪਤੀ 'ਤੇ ਹੀ ਤਾਂ ਤੁਹਾਡੀ ਧੂੜ, ਗਰਦ, ਤੁਹਾਡਾ ਕਚਰਾ ਸਭ ਖੋ ਜਾਂਦਾ ਹੈ। ਫਿਰ ਤਾਂ ਕੋਈ ਡਰ ਨਹੀਂ ਹੈ, ਫਿਰ ਖੋਣ ਦਾ ਕੋਈ ਡਰ ਨਹੀਂ ਹੈ। ਆਖਰੀ ਹੱਦ ਤੋਂ ਵੀ ਗਿਰਨਾ ਹੋ ਸਕਦਾ ਹੈ। ਇੱਕ ਛਿਨ ਪਹਿਲਾਂ ਵੀ ਪਰਮ ਅਹਿਸਾਸ ਦੇ ਕੇ ਪਟਕਣਾ ਹੋ ਸਕਦਾ ਹੈ। ਉਹਦੇ ਹੋ ਜਾਣ ਪਿੱਛੋਂ ਫਿਰ ਕੋਈ ਡਰ ਨਹੀਂ ਹੈ, ਕਿਉਂਕਿ ਉੱਥੇ ਤੁਸੀਂ ਖੋ ਸਕਦੇ ਹੋ। ਉੱਥੇ ਤੁਹਾਡੇ ਕੋਲ ਕਾਫੀ ਸਮਾਨ ਹੈ ਜਿਸ 'ਚ ਤੁਸੀਂ ਖੋ ਸਕਦੇ ਹੋ। ਉਹ ਤੁਹਾਡੇ ਕੋਲ ਬਹੁਤ ਹੈ। ਸੋ ਇੱਕ ਹਿਰਦੇ ਦਾ ਕੋਨਾ ਬਿਲਕੁਲ ਸਾਫ਼ ਸੁਥਰਾ ਕਰ ਲਓ, ਜਿਵੇਂ ਘਰ 'ਚ ਕੋਈ ਮੰਦਰ ਬਣਾ ਲੈਂਦਾ। ਉਸ ਮੰਦਰ 'ਚ ਸੌਂਦਾ ਨਹੀਂ ਹੈ, ਉਸ ਮੰਦਰ 'ਚ ਖਾਣਾ ਨਹੀਂ ਖਾਂਦਾ, ਉਸ ਮੰਦਰ 'ਚ ਸਿਰਫ ਪ੍ਰਾਰਥਨਾ ਲਈ ਜਾਂਦਾ ਹੈ, ਪੂਜਾ ਲਈ ਜਾਂਦਾ ਹੈ।
ਘਰ ਕਿੰਨਾ ਹੀ ਅਪਵਿੱਤਰ ਹੋਵੇ, ਉਸ ਛੋਟੇ ਜਿਹੇ ਕੋਨੇ ਨੂੰ ਪਵਿੱਤਰ ਰੱਖਦਾ ਹੈ। ਇਵੇਂ ਹੀ ਹਿਰਦੇ ਦੇ ਇੱਕ ਕੋਨੇ 'ਚ ਇੱਕ ਮੰਦਿਰ ਬਣਾ ਲਓ। ਉੱਥੇ ਸਿਰਫ ਤੁਹਾਡੇ ਜੀਵਨ 'ਚ ਸੁੱਖ ਦੀਆਂ ਜੋ ਪ੍ਰਤੀਤੀਆਂ ਆਉਂਦੀਆਂ ਹੈ, ਇਕੱਠੀਆਂ ਕਰਦੇ ਜਾਓ। ਕਦੇ ਜਦ ਤੁਹਾਡੇ ਕੋਲ ਮੌਕਾ ਹੋਵੇ, ਅੱਖਾਂ ਬੰਦ ਕਰ ਲਓ, ਉਸ ਕੋਨੇ 'ਚ ਸਰਕ ਜਾਓ, ਮੁੜ ਕੇ ਜੀਓ, ਉਹਨਾਂ ਹੀ ਯਾਦਾਂ ਨੂੰ ਫਿਰ ਪਰਤਾ ਲਓ। ਕੋਈ ਪ੍ਰੇਮ ਦਾ ਪਲ, ਕੋਈ ਆਨੰਦ ਦੀ ਘੜੀ, ਕੋਈ ਧਿਆਨ ਦਾ ਛਿਨ, ਉਹਨਾਂ ਨੂੰ ਮੁੜ ਜੀਓ। ਮੁੜ ਕੇ ਜੀਣ ਦਾ ਅਰਥ ਸਿਰਫ ਯਾਦ ਨਹੀਂ ਹੈ, ਮੁੜ ਕੇ ਜੀਣ ਦਾ ਅਰਥ ਹੈ ਮੁੜ ਕੇ ਜੀਣਾ। ਦੋਨਾਂ 'ਚ ਫਰਕ ਹੈ। ਸਮਝੋ, ਆਪਣੇ ਬਚਪਨ ਦੀ ਤੁਸੀਂ ਯਾਦ ਕਰਦੇ ਹੋ, ਤੁਸੀਂ ਯਾਦ ਕਰਦੇ ਹੋ ਕਿ ਬਚਪਨ ਸੁਖਦਾਈ ਸੀ, ਜਾਂ ਤੁਹਾਨੂੰ ਕੋਈ ਖਿਆਲ ਹੈ ਕਿ ਇੱਕ ਦਿਨ ਸਵੇਰੇ ਬਗੀਚੇ 'ਚ ਤੁਸੀਂ ਗਏ, ਬਿਰਛ ਮੌਨ ਸੀ, ਸੰਨਾਟਾ ਸੀ, ਬਿਰਛਾਂ ਦੇ ਕਿਨਾਰੇ ਤੋਂ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਰਹੀਆਂ ਸੀ। ਇੱਕ ਤਿੱਤਲੀ ਨੂੰ ਤੁਸੀਂ ਉੱਡਦਿਆਂ ਦੇਖਿਆ, ਤੁਸੀਂ ਉਹਦੇ ਪਿੱਛੇ ਦੌੜਨ ਲੱਗੇ। ਉਹ ਤੁਹਾਨੂੰ ਅੱਜ ਵੀ ਯਾਦ ਹੈ। ਇਹਨੂੰ ਤੁਸੀਂ ਦੋ ਤਰ੍ਹਾਂ ਨਾਲ ਯਾਦ ਕਰ ਸਕਦੇ ਹੋ। ਇੱਕ ਬੌਧਿਕ ਯਾਦ ਦੀ ਤਰ੍ਹਾਂ ਵੇਰਵਾ ਦੇ ਸਕਦੇ ਹੋ, ਇੰਜ ਹੋਇਆ ਤੁਹਾਡੇ ਸਾਹਮਣੇ। ਦੂਜਾ ਇਹ ਹੈ ਕਿ ਅੱਖਾਂ ਬੰਦ ਕਰ ਲਓ, ਮੁੜ ਕੇ ਬੱਚੇ ਬਣ ਜਾਓ। ਯਾਦ ਕਰੋ, ਤੁਸੀਂ ਫਿਰ ਉਸੇ ਹੀ ਥਾਂ ਬਿਰਛਾਂ ਦੀ ਛਾਂ 'ਚ ਖੜ੍ਹੇ ਹੋ ਜਿੱਥੇ ਤੁਸੀਂ 20 ਸਾਲ 50 ਸਾਲ ਪਹਿਲੇ ਖੜ੍ਹੇ ਸੀ। ਚੇਤੇ ਕਰੋ, ਧੁੱਪ ਦੀਆਂ ਕਿਰਨਾਂ ਤੁਹਾਨੂੰ ਛੋਹ ਰਹੀਆਂ। ਤੁਸੀਂ ਮੁੜ ਕੇ ਇੱਕ ਬੱਚੇ ਹੋ ਗਏ ਹੋ। ਤੁਸੀਂ ਭੁੱਲ ਜਾਓ ਇਹ ਵਿਚਾਲੇ ਦੇ 50 ਵਰ੍ਹੇ, ਤੁਸੀਂ ਮੁੜ ਕੇ ਬੱਚੇ ਹੋ ਜਾਓ। ਰੀਲਿਵ, ਮੁੜ ਕੇ ਜੀਓ। ਚੇਤਾ ਵੀ ਨਾ ਕਰੋ, ਚੇਤਾ ਤਾਂ ਉੱਪਰ ਤੋਂ ਹੈ, ਬਾਹਰ ਤੋਂ ਹੈ। ਤੁਸੀਂ 50 ਸਾਲ ਦੇ ਹੋ, 50 ਸਾਲ ਦੇ ਰਹਿ ਕੇ ਚੇਤਾ ਕਰਦੇ ਹੋ। ਮੁੜ ਕੇ ਜੀਣ ਦਾ ਅਰਥ ਹੈ ਤੁਸੀਂ ਫਿਰ 5-6 ਸਾਲ ਦੇ ਹੋ ਗਏ ਹੋ, ਹੁਣ ਤੁਸੀਂ ਭੁੱਲ ਗਏ ਹੋ ਵਿਚਾਲੇ ਦੇ ਗੁਜ਼ਰੇ 45 ਸਾਲ। ਤੁਸੀਂ 5 ਸਾਲ ਦੇ ਬੱਚੇ ਹੋ, ਉਹੀ ਛਿਨ ਫਿਰ ਮੌਜੂਦ ਹੈ। ਧੁੱਪ ਉਤਰ ਰਹੀ ਹੈ, ਬਿਰਛਾਂ ਦੇ ਕਿਨਾਰੇ ਤੋਂ ਇੱਕ ਤਿੱਤਲੀ ਉੱਡ ਰਹੀ ਹੈ, ਤੁਸੀਂ ਉਹਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੱਤਾ। ਤੁਸੀਂ ਦੌੜੋ, ਤੁਸੀਂ ਘੜੀ ਭਰ 5 ਸਾਲ ਦੇ ਬੱਚੇ ਹੋ ਜਾਓ, ਅਤੇ ਜਦ ਤੁਸੀਂ ਵਾਪਸ ਮੁੜੋਗੇ ਤੁਸੀਂ ਪਾਓਗੇ ਤੁਸੀਂ ਤਾਜ਼ਗੀ ਲੈ ਕੇ ਵਾਪਸ ਮੁੜੇ। ਜੇ ਇਸ 50 ਸਾਲ ਦੀ ਉਮਰ 'ਚ ਮੁੜ ਕੇ ਤੁਸੀਂ 5 ਸਾਲ ਦੇ ਬੱਚੇ ਹੋ ਸਕਦੇ ਹੋ, ਤਾਂ ਤੁਸੀਂ 50 ਸਾਲ ਦੀ ਉਮਰ ਨੂੰ ਵੀ ਇੱਕ ਤਾਜ਼ਗੀ ਅਤੇ ਨਵੀਂ ਜ਼ਿੰਦਗੀ ਨਾਲ ਭਰ ਦਿੱਤਾ। ਜਦ ਤੁਸੀਂ ਅੱਖ ਖੋਲ੍ਹੋਗੇ ਤੁਸੀਂ ਪਾਓਗੇ ਤੁਹਾਡੇ ਕੋਲ ਉਹ ਅੱਖਾਂ ਹਨ ਜੋ 5 ਸਾਲ ਦੇ ਬੱਚੇ ਦੇ ਕੋਲ ਹਨ। ਨਿਰਦੋਸ਼, ਛਿਨ ਭਰੇ ਟਿਕੇਗਾ, ਪਰ ਇਹਨੂੰ ਮੁੜ ਜੀਣਾ ਤੁਹਾਡੀ ਜ਼ਿੰਦਗੀ ਨੂੰ ਬਦਲਣ ਦਾ ਰਾਹ ਹੋ ਸਕਦਾ ਹੈ। ਸੁੱਖ ਦੇ ਛਿਨ ਨੂੰ, ਆਨੰਦ ਦੇ ਛਿਨ ਨੂੰ ਜੀਓ, ਸੰਗੀਤ ਦੇ ਛਿਨ ਨੂੰ ਜੀਓ, ਤਾਂ ਜੋ ਖੋ ਨਾ ਜਾਏ। ਇੱਕ ਸਮਾਂ ਆਏਗਾ ਜਦ ਤੁਹਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੋਏਗੀ, ਕਿਉਂਕਿ ਜਿਸ ਤਰ੍ਹਾਂ ਵਿਅਕਤੀ ਅੰਦਰ ਬਾਣੀ ਦੀ ਸ਼ਕਤੀ ਹੈ, ਉਸੇ ਤਰ੍ਹਾਂ ਉਸ ਸਰਵਵਿਆਪੀ ਵਿੱਚ ਵੀ ਉਹ ਸ਼ਕਤੀ ਹੈ ਜਿਸ 'ਚ ਵਿਅਕਤੀ ਦਾ ਵਜੂਦ ਹੈ। ਜੇ ਤੁਸੀਂ ਸੰਗੀਤ ਦੇ ਇਹਨਾਂ ਟੁਕੜਿਆਂ ਨੂੰ ਪਕੜਦੇ ਚਲੇ ਗਏ ਅਤੇ ਟੁਕੜੇ ਆਪਸ 'ਚ ਜੁੜ ਕੇ ਇੱਕ ਵੱਡੇ ਸੰਗੀਤ ਨੂੰ ਜਨਮ ਦੇਣ ਲੱਗੇ, ਤਾਂ ਇੱਕ ਦਿਨ ਅਜਿਹੀ ਘੜੀ ਆ ਜਾਏਗੀ ਕਿ ਤੁਸੀਂ ਇਸ ਅੰਤਰ-ਆਤਮਾ ਦੀ, ਜਾਂ ਉਸ ਪਰਮਾਤਮਾ ਦੀ, ਜਾਂ ਜੋ ਵੀ ਨਾਂ ਤੁਸੀਂ ਦੇਣਾ ਚਾਹੋ, ਉਹਦੀ ਬਾਣੀ, ਉਹਦੇ ਨਿਰਦੇਸ਼ ਨੂੰ ਸਿੱਧਾ ਹੀ ਸੁਣ ਸਕੋਗੇ। ਤੁਹਾਨੂੰ ਤਦ ਕਿਸੇ ਵਿਅਕਤੀ ਨੂੰ ਗੁਰੂ ਬਣਾਉਣ ਦੀ ਲੋੜ ਨਹੀਂ ਰਹੇਗੀ। ਉਹ ਤਾਂ ਉਦੋਂ ਤੱਕ ਹੀ ਲੋੜ ਹੈ ਜਦ ਤੱਕ ਤੁਸੀਂ ਸਿੱਧਾ ਨਹੀਂ ਸੁਣ ਸਕਦੇ। ਤਦ ਤੱਕ ਤੁਹਾਨੂੰ ਇੱਕ ਵਿਚੋਲੇ ਦੀ ਜ਼ਰੂਰਤ ਹੈ ਜੋ ਸਿੱਧਾ ਸੁਣ ਸਕਦਾ ਹੈ। ਉਹ ਤੁਹਾਨੂੰ ਉਹੀ ਕਹਿ ਰਿਹਾ ਜੋ ਤੁਸੀਂ ਸਿੱਧਾ ਵੀ ਸੁਣ ਸਕਦੇ ਸੀ। ਉਹ ਤੁਹਾਨੂੰ ਉਹੀ ਕਹਿ ਰਿਹਾ ਜੋ ਤੁਸੀਂ ਸੁਣਨ ਵਿੱਚ ਸਮਰੱਥ ਹੋ, ਲੇਕਿਨ ਅਜੇ ਤੁਸੀਂ ਸੁਣਨ 'ਚ ਸਮਰੱਥ ਨਹੀਂ ਹੋ, ਕਿਉਂਕਿ ਤੁਹਾਡੇ ਅੰਦਰ ਇੰਨਾ ਸ਼ੋਰ ਹੈ। ਇਹ ਸ਼ੋਰ ਜਿਵੇਂ ਜਿਵੇਂ ਮਿਟਦਾ ਜਾਏਗਾ, ਜਿਵੇਂ ਜਿਵੇਂ ਤੁਹਾਡੇ ਅੰਦਰ ਦੀ ਭੂਮੀ ਦੇ ਟੁਕੜੇ ਸਾਫ਼ ਹੁੰਦੇ ਜਾਣਗੇ, ਜਿਵੇਂ ਜਿਵੇਂ ਤੁਹਾਡੇ ਅੰਦਰੋਂ ਕਚਰਾ ਲਾਂਭੇ ਸੁਟੀਂਦਾ ਜਾਏਗਾ, ਵਿਅਰਥ ਦੇ ਝਾੜ ਬੂਟ ਉਖੜ ਜਾਣਗੇ, ਤਾਂ ਤੁਹਾਡੇ ਅੰਦਰ ਉਹੀ ਰਹਿ ਜਾਏਗਾ ਜੋ ਜ਼ਰੂਰੀ ਹੈ। ਤੁਸੀਂ ਜਿਵੇਂ ਜਿਵੇਂ ਅੰਦਰ ਸਾਫ਼ ਸੁਥਰੇ ਹੁੰਦੇ ਜਾਓਗੇ, ਉਵੇਂ ਉਵੇਂ ਤੁਸੀਂ ਖੁਦ ਹੀ ਪਕੜਨ ਲੱਗੋਗੇ ਅਨੰਤ ਦੇ ਸੁਰ ਨੂੰ, ਅਨੰਤ ਦੀ ਬਾਣੀ ਨੂੰ, ਅਨੰਤ ਦੇ ਸ਼ਬਦ ਨੂੰ। ਜਿਸ ਦਿਨ ਤੁਸੀਂ ਖੁਦ ਪਕੜਨ ਲੱਗੋਗੇ, ਉਸ ਦਿਨ ਬਾਹਰ ਦੇ ਗੁਰੂ ਦੀ ਕੋਈ ਲੋੜ ਨਹੀਂ ਰਹਿ ਜਾਏਗੀ। ਉਹ ਸਿਰਫ ਵਿਚੋਲਾ ਸੀ, ਉਹ ਪਕੜਦਾ ਸੀ, ਤੁਸੀਂ ਨਹੀਂ ਪਕੜ ਪਾਉਂਦੇ ਸੀ। ਉਹ ਤੁਹਾਨੂੰ ਉਹੀ ਕਹਿੰਦਾ ਸੀ ਜੋ ਤੁਹਾਡੀ ਅੰਤਰ-ਆਤਮਾ ਵੀ ਤੁਹਾਨੂੰ ਕਹੇਗੀ। ਪਰ ਇੱਕ ਇੱਕ ਕਦਮ ਸੁੱਖ ਦੇ ਅਨੁਭਵ ਨੂੰ ਜਿੰਨਾ ਵੱਧ ਤੁਸੀਂ ਪਕੜ ਸਕੋ, ਉਹਨੂੰ ਪਕੜ ਕੇ ਭਰਦੇ ਜਾਣਾ। ਇਸ ਵਿੱਚ ਇੱਕ ਹੋਰ ਗੱਲ ਸਮਝ ਲੈਣੀ ਜ਼ਰੂਰੀ ਹੈ ਜੋ ਬੜੀ ਬੁਰੀ ਤਰ੍ਹਾਂ ਰੁਕਾਵਟ ਬਣਦੀ ਹੈ। ਇਸ ਤੋਂ ਕਿਤੇ ਉਹੋ ਜਿਹੀ ਭੁੱਲ ਤੁਸੀਂ ਵੀ ਨਾ ਕਰ ਲੈਣਾ ਜੋ ਬਹੁਤ ਸਾਰੇ ਲੋਕ ਕਰਦੇ ਹੈ। ਉਹ ਮੇਰੇ ਕੋਲ ਆਉਂਦੇ ਹੈ, ਕਹਿੰਦੇ ਆ ਕਿ ਕੱਲ੍ਹ ਤਾਂ ਧਿਆਨ 'ਚ ਬੜਾ ਆਨੰਦ ਆਇਆ, ਅੱਜ ਉਹੋ ਜਿਹਾ ਆਨੰਦ ਨਹੀਂ ਆਇਆ। ਸ਼ੁਰੂ 'ਚ ਤਾਂ ਧਿਆਨ 'ਚ ਬੜਾ ਆਨੰਦ ਸੀ, ਹੁਣ ਉਹੋ ਜਿਹਾ ਨਹੀਂ ਆ ਰਿਹਾ। ਕੋਈ ਆ ਕੇ ਕਹਿੰਦਾ ਉਹ ਬੜਾ ਪਰੇਸ਼ਾਨ ਹੈ। ਧਿਆਨ ਰਹੇ ਇਸ ਸੂਤਰ ਦਾ ਅਰਥ ਇਹ ਨਹੀਂ ਕਿ ਕੱਲ੍ਹ ਜੋ ਧਿਆਨ ਆਇਆ ਸੀ ਉਹਨੂੰ ਜੇ ਤੁਸੀਂ ਮੰਗੋਗੇ ਤਾਂ ਉਹ ਨਹੀਂ ਆਏਗਾ, ਕਿਉਂਕਿ ਆਨੰਦ ਜ਼ਬਰਦਸਤੀ ਨਹੀਂ ਲਿਆਂਦਾ ਜਾ ਸਕਦਾ। ਉਹਦੀ ਕੋਈ ਅਣਗਹਿਲੀ ਵੀ ਨਹੀਂ ਕੀਤੀ ਜਾ ਸਕਦੀ। ਉਹਦੇ ਲਈ ਜੇ ਤੁਸੀਂ ਅਣਗਹਿਲੀ ਕੀਤੀ, ਤੁਸੀਂ ਇੰਨੇ ਤਣ ਜਾਓਗੇ ਕਿ ਉਹ ਨਹੀਂ ਆਏਗਾ। ਇਸ ਲਈ ਅਕਸਰ ਅਜਿਹਾ ਹੁੰਦਾ ਹੈ ਕਿ ਪਹਿਲੀ ਦਫਾ ਜਿਹੜੇ ਲੋਕ ਧਿਆਨ ਸ਼ੁਰੂ ਕਰਦੇ, ਉਹਨਾਂ ਨੂੰ ਜਿਹੋ ਜਿਹਾ ਆਨੰਦ ਮਹਿਸੂਸ ਹੁੰਦਾ, ਫਿਰ ਬਾਅਦ 'ਚ ਨਹੀਂ ਹੁੰਦਾ। ਉਹਦਾ ਕਾਰਨ ਉਹ ਖੁਦ ਹੀ ਹੈ, ਕਿਉਂਕਿ ਜੋ ਪਹਿਲੀ ਦਫਾ ਉਹਨਾਂ ਨੂੰ ਅਨੁਭਵ 'ਚ ਆਇਆ, ਉਸ ਵੇਲੇ ਤਾਂ ਕੋਈ ਉਡੀਕ ਵੀ ਨਹੀਂ ਸੀ।
ਉਹਨਾਂ ਨੂੰ ਪਤਾ ਹੀ ਨਹੀਂ ਸੀ, ਕੋਈ ਤਣਾਅ ਵੀ ਨਹੀਂ ਸੀ ਕਿ ਆਉਣਾ ਚਾਹੀਦਾ, ਨਾ ਆਏ ਤਾਂ ਦੁਖੀ ਹੋ ਜਾਣਗੇ, ਇਹ ਵੀ ਨਹੀਂ ਸੀ। ਕੁਝ ਪਤਾ ਹੀ ਨਹੀਂ ਸੀ, ਉਹ ਭੋਲੇ ਭਾਲੇ ਸਨ। ਉਸ ਭੋਲੇ ਭਾਲੇ ਉਮੀਦ ਰਹਿਤ ਮਨ ਵਿੱਚ ਆਨੰਦ ਉਤਰਿਆ ਸੀ। ਇੱਕ ਵਾਰੀ ਆਨੰਦ ਉਤਰ ਆਇਆ ਤਦ ਉਹਨਾਂ ਦੀ ਉਮੀਦ ਹੈ, ਧਿਆਨ 'ਚ ਖੜੇ ਹੁੰਦੇ ਹਨ ਤਾਂ ਉਹਨਾਂ ਦੀ ਸ਼ਰਤ ਹੈ ਕਿ ਹੁਣ ਆਨੰਦ ਆਉਣਾ ਚਾਹੀਦਾ। ਹੁਣ ਉਹ ਤਣੇ ਹੋਏ ਹਨ, ਹੁਣ ਉਹ ਖਿੱਚੇ ਹੋਏ ਹਨ, ਹੁਣ ਉਹ ਧਿਆਨ ਨਹੀਂ ਕਰ ਰਹੇ, ਹੁਣ ਉਹ ਸਿਰਫ ਆਨੰਦ ਮੰਗ ਰਹੇ ਹਨ। ਪਹਿਲੀ ਦਫਾ ਆਇਆ ਸੀ ਤਦ ਕੋਈ ਮੰਗ ਨਹੀਂ ਸੀ, ਹੁਣ ਮੰਗ ਹੈ। ਹੁਣ ਉਹ ਨਹੀਂ ਆਏਗਾ, ਤੁਸੀਂ ਉਹਦੀ ਬੁਨਿਆਦੀ ਨੀਂਹ ਬਦਲ ਦਿੱਤੀ ਹੈ। ਇਸ ਸੂਤਰ ਦਾ ਇਹ ਮਤਲਬ ਨਹੀਂ ਕਿ ਜੋ ਮਿਲਿਆ ਹੈ ਉਹਨੂੰ ਮੰਗੋ। ਇਸ ਸੂਤਰ ਦਾ ਮਤਲਬ ਹੈ ਕਿ ਜੋ ਵੀ ਮਿਲਿਆ ਉਹਨੂੰ ਜੀਓ, ਯਾਦ ਕਰੋ, ਲੇਕਿਨ ਉਹਦੇ ਦੁਹਰਾਏ ਜਾਣ ਦੀ ਮੰਗ ਨਾ ਕਰੋ, ਤਾਂ ਉਹ ਦੁਹਰਾਇਆ ਜਾਏਗਾ। ਉਹਨੂੰ ਮੰਗੋ ਨਾ ਤਾਂ ਉਹ ਮਿਲੇਗਾ। ਉਹਨੂੰ ਜ਼ਬਰਦਸਤੀ ਲੈਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜ਼ਿੰਦਗੀ 'ਚ ਜੋ ਵੀ ਸ੍ਰੇਸ਼ਟ ਹੈ ਉਹਦੇ ਨਾਲ ਜ਼ਬਰਦਸਤੀ ਨਹੀਂ ਹੋ ਸਕਦੀ। ਤੁਸੀਂ ਜ਼ਬਰਦਸਤੀ ਕੀਤੀ ਤਾਂ ਉਹ ਟੁੱਟ ਜਾਏਗਾ। ਇੱਕ ਅਣਜਾਣ ਬੰਦਾ ਤੁਹਾਨੂੰ ਮਿਲਦਾ ਹੈ, ਤੁਸੀਂ ਪ੍ਰੇਮ 'ਚ ਪੈ ਜਾਂਦੇ ਹੋ, ਬੜਾ ਸੁੱਖ ਮਿਲਦਾ ਹੈ, ਫਿਰ ਤੁਸੀਂ ਵਿਆਹ ਕਰ ਲੈਂਦੇ ਹੋ, ਫਿਰ ਉਹੋ ਜਿਹਾ ਸੁੱਖ ਨਹੀਂ ਮਿਲਦਾ। ਉਹੀ ਹੋ ਰਿਹਾ। ਹੁਣ ਤੁਹਾਡੀ ਉਮੀਦ ਹੈ ਕਿ ਹੁਣ ਉਹ ਸੁੱਖ ਕਿੱਥੇ ਹੈ, ਲਿਆਓ। ਜੋ ਸੁੱਖ ਪਹਿਲੇ ਦਿਨ ਜਾਣਿਆ ਸੀ ਉਹ ਵਾਪਸ ਲਿਆਓ। ਕੋਈ ਵੀ ਨਹੀਂ ਲਿਆ ਸਕਦਾ ਦੁਨੀਆ 'ਚ, ਕਿਉਂਕਿ ਉਹ ਖਿੱਚ ਤਣ ਕੇ ਨਹੀਂ ਲਿਆਂਦਾ ਜਾ ਸਕਦਾ। ਤੁਸੀਂ ਆਪਣੀ ਪਤਨੀ ਕੋਲੋਂ ਮੰਗ ਰਹੇ ਹੋ ਕਿ ਜਦ ਤੂੰ ਮੇਰੀ ਪ੍ਰੇਮਿਕਾ ਸੀ ਅਤੇ ਜਿਹੋ ਜਿਹਾ ਸੁੱਖ ਦਾ ਛਿਣ ਤੂੰ ਮੈਨੂੰ ਦਿੱਤਾ ਸੀ, ਹੁਣ ਕਿਉਂ ਨਹੀਂ ਦੇ ਰਹੀ? ਕਿ ਤੇਰਾ ਪ੍ਰੇਮ ਖਤਮ ਹੋ ਗਿਆ? ਪਤਨੀ ਪਤੀ ਨੂੰ ਕਹਿ ਰਹੀ ਹੈ ਕਿ ਹੁਣ ਤੂੰ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦਾ, ਉਸ ਤਰ੍ਹਾਂ ਦਾ ਪ੍ਰੇਮ ਪ੍ਰਗਟ ਨਹੀਂ ਕਰਦਾ ਜਿਹਾ ਕਿ ਤੂੰ ਪਹਿਲੇ ਕਰਦਾ ਸੀ। ਕੀ ਗੱਲ ਹੈ? ਕਿਤੇ ਕਿਸੇ ਹੋਰ ਦੇ ਨਾਲ ਤਾਂ ਤੂੰ ਪ੍ਰੇਮ 'ਚ ਨਹੀਂ ਉਲਝ ਗਿਆ? ਹੁਣ ਪਤੀ ਪਤਨੀ ਚਿੰਤਤ ਹਨ, ਪਰੇਸ਼ਾਨ ਹਨ, ਇੱਕ ਦੂਜੇ 'ਤੇ ਪਹਿਰਾ ਦੇ ਰਹੇ ਹਨ, ਇੱਕ ਦੂਜੇ ਤੋਂ ਮੰਗ ਰਹੇ ਹਨ, ਪਰ ਹੱਥ ਕੁਝ ਵੀ ਨਹੀਂ ਆ ਰਿਹਾ। ਉੱਪਰ ਜ਼ਿੰਦਗੀ ਖਾਲੀ ਹੁੰਦੀ ਜਾਂਦੀ ਹੈ, ਮੁੱਕਦੀ ਜਾਂਦੀ ਹੈ। ਹੁਣ ਉਹ ਇੱਕ ਦੂਜੇ ਨੂੰ ਸਿਰਫ ਕਸ਼ਟ ਦੇ ਰਹੇ ਹਨ। ਕਸ਼ਟ ਦਾ ਕਾਰਨ ਉਹੀ ਹੈ ਜੋ ਪਹਿਲੇ ਦਿਨ ਵਾਪਰਿਆ ਸੀ। ਉਹ ਅਣਜਾਣੇ 'ਚ ਵਾਪਰਿਆ ਸੀ। ਉਸ ਦਿਨ ਉਹ ਤੁਹਾਡੀ ਪਤਨੀ ਨਹੀਂ ਸੀ। ਉਸ ਦਿਨ ਤੁਹਾਡਾ ਕੋਈ ਜ਼ੋਰ ਨਹੀਂ ਸੀ ਉਸ ਉੱਪਰ। ਉਸ ਦਿਨ ਤੁਸੀਂ ਮੰਗ ਨਹੀਂ ਸਕਦੇ ਸੀ। ਉਸ ਦਿਨ ਉਹਨੇ ਬਿਨ ਮੰਗਿਆਂ ਦਿੱਤਾ ਸੀ। ਉਸ ਦਿਨ ਤੁਸੀਂ ਵੀ ਦਿੱਤਾ ਸੀ ਬਿਨਾਂ ਮੰਗੇ। ਅਣਜਾਣੇ 'ਚ ਘਟਨਾ ਵਾਪਰੀ ਸੀ। ਜੋ ਅਣਜਾਣੇ 'ਚ ਵਾਪਰਿਆ ਸੀ ਉਹ ਹੁਣ ਤੁਸੀਂ ਜਾਣ ਕੇ ਵਰਤਾਉਣਾ ਚਾਹੁੰਦੇ ਹੋ। ਤੁਸੀਂ ਇੱਕ ਨਵੀਂ ਸ਼ਰਤ ਵਿੱਚ ਲਿਆ ਰਹੇ ਹੋ। ਉਹ ਸ਼ਰਤ ਸਭ ਖਰਾਬ ਕਰ ਦੇਵੇਗੀ। ਪ੍ਰੇਮਿਕਾ ਅਤੇ ਪ੍ਰੇਮੀ ਦੇ ਅੰਦਰ ਜੋ ਪ੍ਰੇਮ ਦੀ ਧਾਰਾ ਹੁੰਦੀ ਉਹ ਪਤੀ ਪਤਨੀ ਦੇ ਵਿੱਚ ਨਹੀਂ ਰਹਿ ਜਾਂਦੀ। ਬੜਾ ਕਠਿਨ ਹੈ, ਅਸੰਭਵ ਹੈ। ਪਹਿਲੇ ਦਿਨ ਜਦ ਤੁਸੀਂ ਧਿਆਨ 'ਚ ਉਤਰੇ ਹੋ ਤਦ ਜੋ ਸੁੱਖ ਅਨੁਭਵ ਹੁੰਦਾ ਹੈ ਉਹ ਦੂਜੇ ਦਿਨ ਨਹੀਂ ਹੋਏਗਾ, ਕਿਉਂਕਿ ਦੂਜੇ ਦਿਨ ਤੁਸੀਂ ਤਿਆਰੀ ਨਾਲ ਆ ਰਹੇ ਹੋ ਕਿ ਹੁਣ ਸੁੱਖ ਲੈਣ ਜਾ ਰਹੇ ਹਾਂ। ਇਹ ਤਿਆਰੀ ਪਹਿਲੇ ਦਿਨ ਨਹੀਂ ਸੀ। ਧਿਆਨ ਰੱਖੋ, ਦੂਜੇ ਦਿਨ ਵੀ ਉਸੇ ਤਰ੍ਹਾਂ ਗੈਰ ਤਿਆਰ ਜਾਓ ਜਿਵੇਂ ਪਹਿਲੇ ਦਿਨ ਗਏ ਸੀ, ਹੋਰ ਵੀ ਵੱਡਾ ਸੁੱਖ ਵਾਪਰੇਗਾ। ਤੀਜੇ ਦਿਨ ਹੋਰ ਵੀ ਗੈਰ ਤਿਆਰ ਹੋ ਕੇ ਜਾਓ। ਮੰਗ ਹੀ ਨਾ ਕਰੋ, ਸਿਰਫ ਧਿਆਨ ਕਰੋ, ਇਹ ਵੱਧਦਾ ਜਾਏਗਾ। ਇਸ ਸੂਤਰ ਦਾ ਮਤਲਬ ਹੈ ਕਿ ਜੋ ਤੁਹਾਡਾ ਸੁੱਖ ਹੈ ਉਹਨੂੰ ਇਕੱਠਾ ਕਰੋ, ਉਹਨੂੰ ਮੁੜ ਕੇ ਜੀਓ, ਪਰ ਉਹਦੇ ਦੁਹਰਾਏ ਜਾਣ ਦੀ ਕਾਮਨਾ ਨਾ ਕਰਨਾ। ਮੁੜ ਕੇ ਜੀਣ ਦਾ ਮਤਲਬ ਹੈ ਪਿੱਛੇ ਤੋਂ ਜੋ ਤੁਸੀਂ ਇਕੱਠਾ ਕੀਤਾ ਉਹਦਾ ਬਾਰ-ਬਾਰ ਸਵਾਦ ਲਓ, ਉਹਦੀ ਉਗਾਲੀ ਕਰੋ। ਮੱਝਾਂ ਗਾਵਾਂ ਉਗਾਲੀ ਕਰਨਾ ਜਾਣਦੀਆਂ, ਉਹ ਸਿੱਖੋ। ਉਹ ਖੁਰਾਕ ਖਾ ਲੈਂਦੀਆਂ, ਫਿਰ ਉਹਦੀ ਉਗਾਲੀ ਕਰਦੀਆਂ, ਬਾਰ-ਬਾਰ ਚਬਾਉਂਦੀਆਂ। ਜੋ ਸੁੱਖ ਦਾ ਅਨੁਭਵ ਹੋਵੇ ਉਹਦੀ ਉਗਾਲੀ ਕਰੋ। ਦੁੱਖ ਦੇ ਅਨੁਭਵ ਤਾਂ ਤੁਸੀਂ ਕਾਫੀ ਕਰਦੇ ਹੋ, ਇਸ ਲਈ ਉਗਾਲੀ ਨੂੰ ਤੁਸੀਂ ਜਾਣਦੇ ਹੀ ਹੋ। ਕੋਈ ਆਦਮੀ ਜੇ ਇੱਕ ਵਾਰੀ ਗਾਲ ਦੇ ਦੇ ਤਾਂ ਫਿਰ 50 ਵਾਰੀ ਉਹਦੀ ਗਾਲ ਨੂੰ ਆਪਣੇ ਅੰਦਰ ਦੁਹਰਾਉਂਦੇ ਹੋ ਕਿ ਉਹਨੇ ਇਉਂ ਕਿਹਾ। ਫਿਰ ਤੁਸੀਂ ਜੋਸ਼ 'ਚ ਆ ਜਾਂਦੇ ਹੋ। ਕਿਉਂ? ਉਹਨੇ ਇੱਕ ਵਾਰ ਦਿੱਤਾ, ਤੁਸੀਂ 50 ਵਾਰੀ ਦੇ ਰਹੇ ਹੋ। ਰਾਤੀ ਤੁਹਾਨੂੰ ਨੀਂਦ ਨਹੀਂ ਆਉਂਦੀ ਕਿ ਉਹਨੇ ਗਾਲ ਦਿੱਤੀ ਹੈ। ਹੁਣ ਤੁਸੀਂ ਉਹਦੀ ਉਗਾਲੀ ਕਰੀ ਜਾ ਰਹੇ ਹੋ। ਗਾਲ 'ਚ ਇੰਨਾ ਕੀ ਰਸ ਹੈ? ਜ਼ਰਾ ਜਿੰਨਾ ਦੁੱਖ ਹੋ ਜਾਏ ਤਾਂ ਫਿਰ ਤੁਸੀਂ ਉਹਨੂੰ ਸੋਚਦੇ ਹੀ ਚਲੇ ਜਾਂਦੇ ਹੋ ਕਿ ਅਜਿਹਾ ਕਿਉਂ ਹੋਇਆ, ਅਜਿਹਾ ਨਹੀਂ ਹੋਣਾ ਸੀ। ਸੁੱਖ ਦੀ ਇਸ ਤਰ੍ਹਾਂ ਉਗਾਲੀ ਕਰੋ। ਦੁੱਖ ਦੀ ਉਗਾਲੀ ਕਰਕੇ ਤੁਸੀਂ ਦੁੱਖ ਵਾਹ-ਵਾਹ ਵਧਾ ਲਿਆ ਤਾਂ ਸੁੱਖ ਦੀ ਉਗਾਲੀ ਕਰੋ, ਸੁੱਖ ਵਾਹ-ਵਾਹ ਵੱਧ ਜਾਏਗਾ। ਲੇਕਿਨ ਮੰਗ ਨਾ ਕਰੋ। ਭਵਿੱਖ ਵਿੱਚ ਤਾਂ ਜਾਓ ਖਾਲੀ, ਅਤੀਤ ਦੇ ਰਸ ਨੂੰ ਖਿੱਚ ਲਓ ਪੂਰਾ ਆਪਣੇ ਪ੍ਰਾਣਾਂ ਵਿੱਚ, ਪਰ ਭਵਿੱਖ 'ਚ ਜਾਓ ਖਾਲੀ, ਸ਼ੂਨਿਆ। ਉਹ ਜੋ ਅਤੀਤ ਤੋਂ ਤੁਸੀਂ ਸੁੱਖ ਦਾ ਰਸ ਖਿੱਚ ਰਹੇ ਹੋ ਉਹ ਤੁਹਾਨੂੰ ਭਵਿੱਖ ਦੇ ਲਈ ਤਿਆਰ ਕਰ ਰਿਹਾ। ਤੁਹਾਨੂੰ ਮੰਗਣ ਦੀ ਲੋੜ ਨਹੀਂ ਹੈ, ਤੁਹਾਡਾ ਸੁੱਖ ਵੱਧਦਾ ਚਲਾ ਜਾਏਗਾ। 6ਵਾਂ ਸੂਤਰ, ਅਤੇ ਉਹਨਾਂ ਸਵਰ ਲਹਿਰਾਂ ਤੋਂ ਸਵਰਬੱਧਤਾ ਦਾ ਪਾਠ ਸਿੱਖੋ। ਜੀਵਨ ਦੀ ਆਪਣੀ ਭਾਸ਼ਾ ਹੈ, ਉਹ ਕਦੇ ਗੂੰਗਾ ਨਹੀਂ ਰਹਿੰਦਾ। ਉਹਦੀ ਬਾਣੀ 'ਚ ਇੱਕ ਚੀਕ ਨਹੀਂ ਹੈ ਜਿਹਾ ਕਿ ਤੁਸੀਂ ਜੋ ਕਿ ਬੋਲੇ ਹੋ ਸ਼ਾਇਦ ਸਮਝੋ। ਉਹਦਾ ਇੱਕ ਗੀਤ ਹੈ, ਉਹ ਤੋਂ ਸਿੱਖੋ। ਤੁਸੀਂ ਖੁਦ ਉਸ ਸਵਰਤਾ ਦੇ ਅੰਸ਼ ਹੋ।
ਇਸ ਸੁਸਵਰਤਾ ਦੇ ਨਿਯਮਾਂ ਦੀ ਪਾਲਣਾ ਕਰਨੀ ਸਿੱਖੋ। ਇਹ ਜੋ ਸੰਗੀਤ ਦੇ ਹਿੱਸੇ ਤੁਸੀਂ ਅੰਦਰ ਇਕੱਠੇ ਕਰ ਲਓਗੇ, ਇਹਨਾਂ ਨੂੰ ਹਿੱਸਿਆਂ ਦੀ ਤਰ੍ਹਾਂ ਇਕੱਠਾ ਨਾ ਕਰਨਾ, ਇਹਨਾਂ ਵਿਚਾਲੇ ਸੰਬੰਧ ਵੀ ਖੋਜਣਾ। ਬਚਪਨ 'ਚ ਇੱਕ ਤਿਤਲੀ ਦੇ ਨਾਲ ਦੌੜ ਕੇ ਇੱਕ ਸੁੱਖ ਮਿਲਿਆ ਸੀ, ਉਹ ਤੁਹਾਡੇ ਅੰਦਰ ਪਿਆ। ਫਿਰ ਪਹਿਲੀ ਵਾਰ ਤੁਸੀਂ ਕਿਸੇ ਦੇ ਪ੍ਰੇਮ 'ਚ ਪੈ ਗਏ ਤਾਂ ਤੁਸੀਂ ਆਨੰਦ ਦੀ ਇੱਕ ਵਧੀਕਤਾ ਆਪਣੇ ਵਿੱਚ ਮਹਿਸੂਸ ਕੀਤੀ ਸੀ, ਉਹ ਵੀ ਤੁਹਾਡੇ ਅੰਦਰ ਹੈ। ਤਦ ਕਿਸੇ ਇੱਕ ਰਾਤ ਸਾਗਰ ਦੇ ਕੰਢੇ ਬੈਠ ਕੇ ਸਾਗਰ ਦੀ ਗਰਜਨਾ 'ਚ ਤੁਸੀਂ ਡੁੱਬ ਗਏ, ਉਹ ਵੀ ਤੁਹਾਡੇ ਅੰਦਰ ਪਿਆ। ਕਦੇ ਅਕਾਰਨ ਹੀ ਖਾਲੀ ਤੁਸੀਂ ਬੈਠੇ ਸੀ ਅਤੇ ਅਚਾਨਕ ਤੁਸੀਂ ਪਾਇਆ ਸਭ ਮੌਨ ਅਤੇ ਸ਼ਾਂਤ ਹੋ ਗਿਆ, ਉਹ ਤੁਹਾਡੇ ਅੰਦਰ ਪਿਆ। ਅਜਿਹੇ 10-5 ਅਨੁਭਵ ਤੁਹਾਡੇ ਅੰਦਰ ਪਏ ਹੈ, ਇਹ ਟੁਕੜੇ ਟੁਕੜੇ ਹੈ। ਇਹਨਾਂ ਵਿੱਚ ਤੁਸੀਂ ਕਦੇ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਸਭ ਦੇ ਅੰਦਰ ਕਾਮਨ ਐਲੀਮੈਂਟ ਕੀ ਹੈ, ਇਹਨਾਂ ਸਭ ਦੇ ਅੰਦਰ ਸਮਸਵਰਤਾ ਕਿੱਥੇ ਹੈ। ਤਿਤਲੀ ਦੇ ਪਿੱਛੇ ਦੌੜਦਾ ਹੋਇਆ ਬੱਚਾ ਅਤੇ ਆਪਣੀ ਪ੍ਰੇਮਿਕਾ ਦੇ ਕੋਲ ਬੈਠਾ ਹੋਇਆ ਯੁਵਕ, ਇਹਨਾਂ ਦੋਨਾਂ ਦੇ ਵਿਚਾਲੇ ਸੰਬੰਧ ਹੈ। ਦੋਨਾਂ ਤੋਂ ਸੁੱਖ ਮਿਲਿਆ, ਦੋਨਾਂ ਦੇ ਨਾਲ ਇੱਕ ਸੰਗੀਤ ਦਾ ਅਨੁਭਵ ਹੋਇਆ, ਦੋਹਾਂ ਦੇ ਵਿੱਚ ਆਨੰਦ ਦੀ ਕੋਈ ਝਲਕ ਸੀ ਤਾਂ ਜ਼ਰੂਰ ਦੋਨਾਂ 'ਚ ਕੋਈ ਤੱਤ ਇਕਸਾਰ ਹੋਣਾ ਚਾਹੀਦਾ। ਗੱਲ ਬਿਲਕੁਲ ਭਿੰਨ ਹੈ। ਤਿਤਲੀ ਦੇ ਪਿੱਛੇ ਦੌੜਦਾ ਹੋਇਆ ਬੱਚਾ, ਆਪਣੀ ਪ੍ਰੇਮਿਕਾ ਦੇ ਕੋਲ ਬੈਠਾ ਹੋਇਆ ਜਵਾਨ, ਓਮ ਦਾ ਪਾਠ ਕਰਦਾ ਹੋਇਆ ਬੁੱਢਾ, ਕਿਤੇ ਕੋਈ ਤਾਲਮੇਲ ਉੱਪਰ ਤੋਂ ਨਜ਼ਰ ਨਹੀਂ ਆਉਂਦਾ, ਲੇਕਿਨ ਅੰਦਰ ਜ਼ਰੂਰ ਕੋਈ ਘਟਨਾ ਇੱਕੋ ਜਿਹੀ ਹੈ, ਕਿਉਂਕਿ ਤਿੰਨੇ ਕਹਿੰਦੇ ਆ ਬੜਾ ਆਨੰਦ ਹੈ। ਉਹ ਸਵਾਦ ਜ਼ਰੂਰ ਬਰਾਬਰ ਹਨ, ਭੋਜਨ ਕਿੰਨੇ ਹੀ ਭਿੰਨ ਹੋਣ। ਜ਼ਰਾ ਖੋਜਣਾ ਕਿ ਤਿਤਲੀ ਦੇ ਪਿੱਛੇ ਦੌੜਦੇ ਹੋਏ ਬੱਚੇ ਨੂੰ ਜੋ ਸੁੱਖ ਮਿਲਿਆ ਉਹ ਕੀ ਸੀ। ਇਕਾਗਰਤਾ ਸੀ। ਤਿਤਲੀ ਰਹਿ ਗਈ ਸੀ, ਸਾਰਾ ਜਗਤ ਭੁੱਲ ਗਿਆ ਸੀ, ਬੱਚਾ ਦੌੜ ਰਿਹਾ ਸੀ ਉਹਦੇ ਪਿੱਛੇ। ਇਹ ਵੀ ਉਹਨੂੰ ਪਤਾ ਨਹੀਂ ਸੀ, ਦੌੜਨ ਦੇ ਨਾਲ ਇੱਕ ਹੋ ਗਿਆ ਸੀ। ਉਹਦੀਆਂ ਅੱਖਾਂ ਤਿਤਲੀ 'ਤੇ ਵੱਜ ਗਈਆਂ ਸੀ। ਮਨ ਵਿੱਚ ਸਾਰੇ ਵਿਚਾਰ ਖੋ ਗਏ, ਕਿਉਂਕਿ ਤਿਤਲੀ ਫੜਨੀ ਸੀ, ਓਨਾ ਹੀ ਵਿਚਾਰ ਸੀ, ਉਹ ਵੀ ਵਿਚਾਰ ਸੀ। ਅਜਿਹਾ ਕਹਿਣਾ ਕਠਿਨ ਹੈ। ਇੱਕ ਭਾਵ ਇਕਾਗਰਤਾ ਦੇ ਕਾਰਨ ਸੁੱਖ ਦਾ ਅਨੁਭਵ ਹੋਇਆ। ਫਿਰ ਜਵਾਨ ਹੋ ਗਿਆ। ਉਹੀ ਬੱਚਾ ਜਿਹੜਾ ਤਿਤਲੀ ਫੜ ਰਿਹਾ ਸੀ, ਫਿਰ ਉਹ ਆਪਣੀ ਪ੍ਰੇਮਿਕਾ ਦੇ ਕੋਲ ਬੈਠਾ ਹੈ। ਤਾਰਿਆਂ ਭਰੀ ਰਾਤ ਵਿੱਚ ਤਿਤਲੀ ਤੇ ਪ੍ਰੇਮਿਕਾ 'ਚ ਕੋਈ ਸੰਬੰਧ ਨਹੀਂ ਹੈ, ਪਰ ਇਸ ਪ੍ਰੇਮਿਕਾ ਦੇ ਕੋਲ ਬੈਠ ਕੇ ਉਹ ਮੁੜ ਕੇ ਇਕਾਗਰ ਹੋ ਗਿਆ। ਬਸ ਇੱਕ ਹੀ ਭਾਵ ਰਹਿ ਗਿਆ, ਜਗਤ ਮਿਟ ਗਿਆ, ਉਹ ਪ੍ਰੇਮਿਕਾ ਹੀ ਰਹਿ ਗਈ ਹੈ। ਹੁਣ ਮਨ ਵਿੱਚ ਉਹਦੇ ਕੋਈ ਵਿਚਾਰ ਨਹੀਂ ਹੈ। ਇਸ ਪ੍ਰੇਮਿਕਾ ਦੀ ਮੌਜੂਦਗੀ 'ਚ ਉਸੇ ਨੂੰ ਪੀਂਦਾ ਹੈ। ਹੁਣ ਕੋਈ ਦੂਜਾ ਭਾਵ, ਕੋਈ ਦੂਜਾ ਵਿਚਾਰ ਉਹਨੂੰ ਨਹੀਂ ਪਕੜਦਾ। ਇਸ ਛਿਨ 'ਚ ਉਹ ਮੁੜ ਕੇ ਭਾਵ ਇਕਾਗਰਤਾ 'ਚ ਡੁੱਬ ਗਿਆ। ਫਿਰ ਬੁੱਢਾ ਓਮ ਦਾ ਪਾਠ ਕਰਦਾ। ਕਿੱਥੇ ਤਿਤਲੀ, ਕਿੱਥੇ ਪ੍ਰੇਮਿਕਾ, ਕਿੱਥੇ ਓਮ ਦਾ ਪਾਠ, ਕਿੱਥੇ ਉਹ ਮੰਦਰ ਦਾ ਕੋਨਾ, ਧੂਫ, ਦੀਵਾ, ਬੱਤੀ, ਕੋਈ ਸੰਬੰਧ ਨਹੀਂ ਇਹਦਾ। ਲੇਕਿਨ ਓਮ ਦੇ ਪਾਠ 'ਚੋਂ ਭਾਵ ਫਿਰ ਇਕਾਗਰ ਹੋ ਗਿਆ, ਜਗਤ ਮਿਟ ਗਿਆ। ਓਂਕਾਰ ਦਾ ਨਾਦ ਹੀ ਸਭ ਕੁਝ ਹੈ। ਭੁੱਲ ਗਿਆ ਆਪਣੇ ਆਪ ਨੂੰ। ਉਹ ਜਿਹੜਾ ਮੰਤਰ ਬੋਲ ਰਿਹਾ ਹੈ ਉਹਦਾ ਵੀ ਪਤਾ ਨਹੀਂ ਹੈ, ਮੰਤਰ ਹੀ ਰਹਿ ਗਿਆ, ਓਮ ਦੀ ਧੁਨੀ ਰਹਿ ਗਈ ਹੈ। ਫਿਰ ਭਾਵ ਇਕਾਗਰ ਹੋ ਗਿਆ। ਤਦੇ ਤੁਹਾਨੂੰ ਸਮਝ ਆਏਗਾ ਕਿ 3 ਹਿੱਸੇ ਹਨ, ਹੁਣ ਹਿੱਸੇ ਨਾ ਰਹੇ। ਇਹਨਾਂ ਦੇ ਅੰਦਰ ਇੱਕ ਸੂਤਰ ਮਿਲ ਗਿਆ, ਉਹੀ ਸੰਗੀਤ ਹੈ, ਉਹੀ ਸਮਸਵਰਤਾ ਹੈ। ਆਪਣੇ ਜੀਵਨ ਅਨੁਭਵ 'ਚ ਆਪਣੇ ਆਨੰਦ, ਆਪਣੇ ਸੰਗੀਤ ਦੇ ਵਿੱਚ ਜੋ ਤੁਸੀਂ ਇਕੱਠੇ ਕਰ ਲਓ, ਉਹਨਾਂ ਦੇ ਵਿਚਾਲੇ ਸਮਸਵਰਤਾ, ਹਾਰਮਨੀ ਨੂੰ ਖੋਜਣਾ। ਤੁਸੀਂ ਬਹੁਤ ਹੈਰਾਨ ਹੋ ਜਾਓਗੇ। ਤਦ ਤੁਸੀਂ ਬਹੁਤ ਹੈਰਾਨ ਹੋ ਜਾਓਗੇ ਕਿ ਕਿੰਨੇ ਭਿੰਨ ਨਜ਼ਰ ਆਉਣ ਵਾਲੇ ਅਨੁਭਵ ਵੀ, ਜੇਕਰ ਉਹਨਾਂ ਦੇ ਅੰਦਰ ਸੁੱਖ ਹੈ ਤਾਂ ਇਕਸਾਰ ਹੁੰਦੇ ਹੈ। ਕਿੰਨੇ ਹੀ ਭਿੰਨ ਦਿਖਾਈ ਦੇਣ ਵਾਲੇ ਅਨੁਭਵ ਵੀ, ਜੇ ਉਹਨਾਂ ਦੇ ਅੰਦਰ ਦੁੱਖ ਹੈ ਤਾਂ ਬਰਾਬਰ ਹੁੰਦੇ ਹੈ। ਦੁੱਖ ਦੀ ਇੱਕ ਹੀ ਭਾਸ਼ਾ ਹੈ, ਸੁੱਖ ਦੀ ਵੀ ਇੱਕ ਭਾਸ਼ਾ ਹੈ। ਇਹਨਾਂ ਨੂੰ ਅਲੱਗ-ਅਲੱਗ ਦੇਖਦੇ ਰਹੋਗੇ ਤਾਂ ਤੁਹਾਨੂੰ ਜੀਵਨ ਦ੍ਰਿਸ਼ਟੀ ਨਹੀਂ ਮਿਲੇਗੀ। ਤਦ ਤੁਸੀਂ ਸੋਚਦੇ ਰਹੋਗੇ ਕਿ ਬੁੱਢਾ ਓਂਕਾਰ ਦਾ ਪਾਠ ਕਰਦਾ ਹੋਇਆ ਸੋਚੇਗਾ ਕਿ ਜਵਾਨ ਨਾ ਸਮਝ ਹੈ, ਕਿੱਥੇ ਇਸਤਰੀਆਂ ਦੇ ਪਿੱਛੇ ਭਟਕ ਰਿਹਾ ਹੈ। ਜਵਾਨ ਪ੍ਰੇਮਿਕਾ ਦੇ ਕੋਲ ਬੈਠਾ ਹੋਇਆ ਬੱਚਿਆਂ ਨੂੰ ਦੇਖ ਕੇ ਸਮਝੇਗਾ ਕਿਉਂ ਫਜ਼ੂਲ ਆਪਣਾ ਸਮਾਂ ਗਵਾ ਰਹੀ ਹੈ, ਤਿਤਲੀਆਂ ਦੇ ਪਿੱਛੇ ਭਟਕ ਰਹੇ ਹੈ। ਤਦ ਇੱਕ ਦੂਜੇ ਨੂੰ ਨਹੀਂ ਸਮਝ ਸਕਣਗੇ। ਇਸ ਲਈ ਨਹੀਂ ਸਮਝ ਸਕਣਗੇ ਕਿ ਬੁੱਢਾ ਆਪਣੀ ਜਵਾਨੀ ਨੂੰ ਵੀ ਨਾ ਸਮਝ ਸਕਿਆ, ਆਪਣੇ ਬਚਪਨ ਨੂੰ ਵੀ ਨਾ ਸਮਝ ਸਕਿਆ, ਉਹ ਬੁੱਢਾ ਹੋ ਗਿਆ। ਪਰ ਅਜੇ ਤੱਕ ਉਹਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਜਵਾਨੀ, ਬਚਪਨ, ਬੁਢਾਪਾ ਇੱਕ ਹੀ ਜੀਵਨ ਧਾਰਾ ਦੇ ਅੰਗ ਹੈ। ਤਦ ਵੀ ਕਿਤੇ ਕੋਈ ਸੁੱਖ ਮਿਲਦਾ ਹੈ, ਕਿਸੇ ਆਨੰਦ ਦੀ ਪ੍ਰਤੀਤੀ ਹੁੰਦੀ ਹੈ। ਜੋ ਬਾਹਰਲਾ ਮਾਹੌਲ ਭਾਵੇਂ ਕਿੰਨਾ ਹੀ ਭਿੰਨ ਹੋਵੇ, ਅੰਦਰ ਦੀ ਘਟਨਾ ਇੱਕ ਹੀ ਹੁੰਦੀ ਹੈ। ਤਿਤਲੀ ਦੇ ਪਿੱਛੇ ਦੌੜੋ ਕਿ ਓਮ ਦਾ ਪਾਠ ਕਰੋ, ਬਰਾਬਰ ਹੈ। ਤਿਤਲੀ ਦੇ ਪਿੱਛੇ ਦੌੜਨਾ ਬੱਚੇ ਦਾ ਢੰਗ ਹੈ, ਬਰਾਬਰ ਬੁੱਢੇ ਦੇ ਓਂਕਾਰ ਦਾ ਪਾਠ ਕਰਨ ਦੇ। ਓਂਕਾਰ ਦਾ ਪਾਠ ਕਰਨਾ ਬੁੱਢੇ ਦਾ ਢੰਗ ਹੈ, ਬਰਾਬਰ ਬੱਚੇ ਦੇ ਤਿਤਲੀ ਪਿੱਛੇ ਦੌੜਨ ਦੇ। ਜਵਾਨ ਵੀ ਆਪਣੀ ਪ੍ਰੇਮਿਕਾ ਦੇ ਕੋਲ ਓਂਕਾਰ ਦਾ ਪਾਠ ਕਰ ਰਿਹਾ ਹੈ, ਤਿਤਲੀ ਦੇ ਪਿੱਛੇ ਦੌੜ ਰਿਹਾ ਹੈ। ਇਹ ਜਿਸ ਦਿਨ ਤੁਹਾਨੂੰ ਦਿਖਾਈ ਪਏਗਾ, ਉਸ ਦਿਨ ਸਾਰੇ ਹਿੱਸੇ ਇੱਕ ਸੰਗੀਤ 'ਚ ਢਲ ਜਾਣਗੇ, ਤੁਹਾਨੂੰ ਅੰਦਰ ਦਾ ਸੂਤਰ ਮਿਲ ਜਾਏਗਾ।
ਤਦ ਮਾਲਾ ਦੇ ਮਣਕੇ ਮਹੱਤਵਪੂਰਨ ਨਹੀਂ ਰਹਿ ਜਾਣਗੇ। ਅੰਦਰਲਾ ਧਾਗਾ ਤੁਹਾਡੀ ਪਕੜ 'ਚ ਆ ਗਿਆ, ਉਹੀ ਧਾਗਾ ਪਰਮ ਸੱਚ ਦੇ ਵੱਲ ਲੈ ਜਾ ਸਕਦਾ ਹੈ। ਤਦ ਬੁੱਢਾ ਬੱਚੇ 'ਤੇ ਨਾਰਾਜ਼ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਬਚਪਨ ਨੂੰ ਸਮਝ ਚੁੱਕਾ ਹੈ, ਸਵੀਕਾਰ ਕਰ ਲਿਆ ਹੈ। ਜਿਹੜਾ ਬੁੱਢਾ ਬੱਚੇ ਉੱਤੇ ਨਾਰਾਜ਼ ਹੋ ਰਿਹਾ ਹੈ, ਉਹ ਠੀਕ ਤਰ੍ਹਾਂ ਨਾਲ ਬੁੱਧੀਮਾਨ ਨਹੀਂ ਹੈ। ਉਹ ਆਪਣੇ ਬਚਪਨ ਦੇ ਪ੍ਰਤੀ ਹੀ ਨਾਰਾਜ਼ ਹੈ। ਅਸਲ 'ਚ ਬੱਚੇ ਉੱਤੇ ਤਾਂ ਉਹ ਪ੍ਰੋਜੈਕਸ਼ਨ ਕਰ ਰਿਹਾ ਹੈ। ਜਿਹੜਾ ਬੁੱਢਾ ਜਵਾਨ ਨੂੰ ਕਹਿ ਰਿਹਾ ਹੈ ਕਿਉਂ ਜ਼ਿੰਦਗੀ ਬਰਬਾਦ ਕਰ ਰਿਹਾ ਹੈ, ਉਹ ਜੀਵਨ ਨੂੰ ਅਨੁਭਵ ਨੂੰ ਸਮਝ ਨਹੀਂ ਸਕਿਆ। ਉਹਦਾ ਕਿਸੇ ਜਵਾਨ ਨੂੰ ਇਹ ਕਹਿਣਾ ਕਿ ਤੂੰ ਜ਼ਿੰਦਗੀ ਬਰਬਾਦ ਕਰ ਰਿਹਾ ਹੈ, ਇਸ ਗੱਲ ਦੀ ਪ੍ਰਤੀਤੀ ਹੈ ਕਿ ਸਮਝਦਾ ਹੈ ਕਿ ਜਵਾਨੀ 'ਚ ਉਹਨੇ ਜ਼ਿੰਦਗੀ ਬਰਬਾਦ ਕੀਤੀ। ਕੁਝ ਅਰਥ ਨਹੀਂ ਇਹਦਾ। ਇਸ ਬੁੱਢੇ ਦੀ ਜ਼ਿੰਦਗੀ 'ਚ ਜਵਾਨੀ ਅਤੇ ਬਚਪਨ ਇੱਕ ਰੂਪ ਨਹੀਂ ਹੋ ਸਕੇ। ਇਹ ਬੁੱਢਾ ਹਿੱਸੇ 'ਚ ਜੀ ਰਿਹਾ, ਹਿੱਸੇ 'ਚ ਦੁੱਖ ਹੈ। ਨਹੀਂ ਤਾਂ ਬੁੱਢਾ ਬੱਚੇ ਦੀ ਮਦਦ ਕਰੇਗਾ ਤਿਤਲੀ ਫੜਨ ਵਿੱਚ, ਅਤੇ ਬੁੱਢਾ ਜਵਾਨ ਨੂੰ ਸਹਾਇਤਾ ਦੇਗਾ ਪ੍ਰੇਮ ਦੀ ਕਲਾ 'ਚ ਉਤਰਨ ਵਿੱਚ, ਕਿਉਂਕਿ ਬੁੱਢਾ ਜਾਣਦਾ ਹੈ ਕਿ ਉਹ ਸਭ ਓਂਕਾਰ ਦਾ ਹੀ ਨਾਦ ਹੈ, ਅਲੱਗ-ਅਲੱਗ ਹਾਲਤਾਂ 'ਚ। ਤਦ ਉਹ ਨਾਰਾਜ਼ ਨਹੀਂ ਹੋਏਗਾ, ਤਦ ਉਹਦੀ ਕੋਈ ਸ਼ਿਕਾਇਤ ਨਹੀਂ ਹੈ। ਧਿਆਨ ਰਹੇ, ਇਸ ਤਰ੍ਹਾਂ ਦੇ ਬੁੱਢੇ ਨੂੰ ਅਸੀਂ ਰਿਸ਼ੀ ਕਹਿ ਸਕਦੇ ਹਾਂ, ਹਰ ਕਿਸੇ ਬੁੱਢੇ ਨੂੰ ਨਹੀਂ। ਸੋ ਬੁੱਢੇ ਤਾਂ ਸਾਰੇ ਹੀ ਹੋ ਜਾਂਦੇ ਆ ਉਮਰ ਨਾਲ, ਪਰ ਵੱਡਾਪਣ ਬਹੁਤ ਘੱਟ ਲੋਕਾਂ ਨੂੰ ਹਾਸਲ ਹੁੰਦਾ ਹੈ। ਵੱਡੇਪਣ ਦਾ ਅਰਥ ਹੈ ਜਿਹਨੇ ਜ਼ਿੰਦਗੀ ਦਾ ਸਾਰਾ ਅਨੁਭਵ ਨਿਚੋੜ ਲਿਆ ਹੈ। ਇਸ ਲਈ ਅਸੀਂ ਇਸ ਦੇਸ਼ 'ਚ ਬੁੱਢਿਆਂ ਨੂੰ ਆਦਰ ਦਿੱਤਾ, ਬੁਢਾਪੇ ਦੇ ਕਾਰਨ ਨਹੀਂ। ਬੁੱਢੇ ਨੂੰ ਅਸੀਂ ਆਦਰ ਦਿੱਤਾ ਹੈ ਕਿਉਂਕਿ ਬੱਚੇ ਦੇ ਕੋਲ ਤਿਤਲੀ ਫੜਨ ਦਾ ਅਨੁਭਵ ਹੈ, ਪਰ ਓਂਕਾਰ ਦਾ ਅਨੁਭਵ ਨਹੀਂ ਹੈ। ਜਵਾਨ ਕੋਲ ਪ੍ਰੇਮਿਕਾ ਦੇ ਕੋਲ ਬੈਠਣ ਦਾ ਅਨੁਭਵ ਹੈ, ਪਰ ਓਂਕਾਰ ਦਾ ਅਨੁਭਵ ਨਹੀਂ ਹੈ। ਬੁੱਢੇ ਦੇ ਕੋਲ ਤਿੰਨੇ ਅਨੁਭਵ ਹੈ, ਉਸ ਕੋਲ ਸਭ ਕੁਝ ਹੈ। ਇਸ ਲਈ ਅਸੀਂ ਬੁੱਢੇ ਦੇ ਚਰਨਾਂ 'ਚ ਝੁਕਣ ਨੂੰ ਕਿਹਾ ਸੀ ਕਿ ਝੁਕਣਾ ਇਸ ਲਈ ਨਹੀਂ ਕਿ ਉਹਦੀ ਉਮਰ ਵੱਧ ਹੈ, ਬਲਕਿ ਇਸ ਲਈ ਕਿ ਉਹਦੀ ਮਾਲਾ ਦੇ ਮਣਕੇ ਸਭ ਪੂਰੇ ਹੋ ਗਏ ਹੈ। ਹੋ ਸਕਦਾ ਹੈ ਉਹਨੇ ਉਸ ਧਾਗੇ ਨੂੰ ਪਕੜ ਲਿਆ ਹੋਵੇ। ਜਿਹਨੇ ਨਹੀਂ ਪਕੜਿਆ ਬੁੱਢਾ ਹੋਇਆ ਹੀ ਨਹੀਂ। ਉਹਨੇ ਵਾਲ ਧੁੱਪ 'ਚ ਚਿੱਟੇ ਕਰ ਲਏ ਹੈ। ਉਹਦੀ ਉਮਰ ਸਮੇਂ ਦੇ ਅੰਦਰ ਗੁਜ਼ਰੀ ਹੈ, ਪਰ ਉਹਨੇ ਸਮੇਂ ਦੇ ਪਾਰ ਨੂੰ ਅਨੁਭਵ ਨਹੀਂ ਕੀਤਾ। ਕੀ ਹੈ ਸਮੇਂ ਦੇ ਪਾਰ? ਵੱਖੋ ਵੱਖਰੇ ਅਨੰਤ ਅਨੁਭਵਾਂ ਦੇ ਵਿਚਾਲੇ ਇੱਕ ਸਵਰ ਸੰਗੀਤ ਨੂੰ ਪਕੜ ਲੈਣਾ ਸਮੇਂ ਦੇ ਪਾਰ ਹੈ। ਉਹ ਸਮੇਂ ਦੇ ਬਾਹਰ ਹੈ। ਜਿਹਨੇ ਪਕੜ ਲਿਆ ਉਹਦੇ ਲਈ ਇਸ ਜਗਤ ਵਿੱਚ ਕੋਈ ਦੁੱਖ ਨਹੀਂ ਹੈ। ਉਹਦੇ ਲਈ ਜਗਤ ਵਿੱਚ ਫਿਰ ਕੁਝ ਵੀ ਬੰਧਨ ਨਹੀਂ ਹੈ। ਉਹਨੇ ਇਸ ਜੀਵਨ ਦਾ ਸਾਰ ਪਾ ਲਿਆ ਹੈ। ਸਾਰ ਪਾਉਂਦਿਆਂ ਹੀ ਵਿਅਕਤੀ ਜੀਵਨ ਤੋਂ ਮੁਕਤ ਹੋ ਜਾਂਦਾ ਹੈ। ਜੀਵਨ ਹੈ ਹੀ ਇਸ ਲਈ ਕਿ ਤੁਸੀਂ ਸਾਰ ਪਾ ਸਕੋ। ਜੇ ਤੁਸੀਂ ਸਾਰ ਨਹੀਂ ਪਾਓਗੇ ਤਾਂ ਬੁੱਢੇ ਤੋਂ ਫਿਰ ਤੁਹਾਨੂੰ ਬੱਚਾ ਬਣਨਾ ਪਏਗਾ, ਫਿਰ ਜਨਮ ਲੈਣਾ ਪਏਗਾ, ਫਿਰ ਤੁਹਾਨੂੰ ਤਿਤਲੀਆਂ ਫੜਨੀਆਂ ਪੈਣਗੀਆਂ, ਤੁਹਾਨੂੰ ਪ੍ਰੇਮਿਕਾਵਾਂ ਦੇ ਕੋਲ ਬੈਠਣਾ ਪਏਗਾ, ਫਿਰ ਤੁਹਾਨੂੰ ਓਂਕਾਰ ਦਾ ਨਾਦ ਕਰਨਾ ਪਏਗਾ। ਅਤੇ ਜੇ ਫਿਰ ਵੀ ਤੁਸੀਂ ਜੀਵਨ ਦੇ ਪੂਰੇ ਸਾਰ ਦਾ ਸੂਤਰ ਨਾ ਪਕੜ ਸਕੇ, ਫਿਰ ਤੁਹਾਨੂੰ ਬੱਚਾ ਬਣਨਾ ਪਏਗਾ। ਜੇ ਤੁਸੀਂ ਪੂਰੇ ਜੀਵਨ ਨੂੰ ਇੱਕ ਸੂਤਰਤਾ 'ਚ ਪਕੜ ਲਓ ਤਾਂ ਤੁਹਾਡੇ ਫਿਰ ਤੋਂ ਬੱਚਾ ਬਣਨ ਦੀ ਕੋਈ ਜ਼ਰੂਰਤ ਨਹੀਂ ਹੈ। ਬੱਚਾ ਬਣਨ ਦਾ ਮਤਲਬ ਹੈ ਤੁਹਾਨੂੰ ਫਿਰ ਛੋਟੀ ਜਮਾਤ 'ਚ ਭੇਜਿਆ ਗਿਆ ਹੈ। ਮੈਟ੍ਰਿਕ ਤੱਕ ਆ ਗਏ ਸੀ, ਫਿਰ ਤੁਹਾਨੂੰ ਮੋੜ ਕੇ ਪਹਿਲੀ ਜਮਾਤ 'ਚ ਬਿਠਾ ਦਿੱਤਾ ਗਿਆ। ਇਹ ਬਹੁਤ ਦੁਖਦਾਈ ਹੈ। ਇਸ ਲਈ ਇਸ ਮੁਲਕ ਵਿੱਚ ਸਾਡੇ ਮਨ ਦੀ ਇੱਕ ਹੀ ਪੀੜ ਰਹੀ ਹੈ ਕਿ ਆਵਾਗਾਉਣ ਤੋਂ ਕਿਵੇਂ ਛੁਟਕਾਰਾ ਹੋਵੇ। ਉਹਦਾ ਕੁੱਲ ਮਤਲਬ ਇਹ ਹੈ ਕਿ ਬਾਰ-ਬਾਰ ਬੁੱਢਾ ਹੋਣ ਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਸਮਾਂ ਅਜਾਈਂ ਗਿਆ, ਪਹੁੰਚ ਗਏ ਆਖਰੀ ਜਮਾਤ ਤੱਕ, ਫਿਰ ਉਤਾਰ ਕੇ ਪਹਿਲੀ ਜਮਾਤ 'ਚ ਬਿਠਾ ਦਿੱਤਾ ਗਿਆ। ਉਹ ਤਾਂ ਤੁਹਾਨੂੰ ਨਵਾਂ ਸਰੀਰ ਮਿਲ ਜਾਂਦਾ, ਇਸ ਲਈ ਬਹੁਤੀ ਪੀੜ ਨਹੀਂ ਹੁੰਦੀ। ਜੇ ਪਰਮਾਤਮਾ ਫਿਰ ਤੋਂ ਸ੍ਰਿਸ਼ਟੀ ਬਣਾਏ ਤਾਂ ਉਹਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਦੂਜਾ ਸਰੀਰ ਨਾ ਦੇਈ, ਬੁੱਢੇ ਨੂੰ ਵਾਪਸ ਬੱਚਾ ਬਣਾ ਦੇਈ, ਉਵੇਂ ਦਾ ਉਵੇਂ। ਫਿਰ ਉਹ ਤਿਤਲੀਆਂ ਫੜੇ ਤਾਂ ਜ਼ਿਆਦਾ ਫਾਇਦਾ ਹੋਏਗਾ। ਉਹ ਦੂਜਾ ਸਰੀਰ ਮਿਲ ਜਾਂਦਾ ਤਾਂ ਤੁਸੀਂ ਭੁੱਲ ਹੀ ਜਾਂਦੇ ਹੋ ਕਿ ਮਾਮਲਾ ਕੀ ਹੈ, ਤੁਸੀਂ ਕੀ ਕਰ ਰਹੇ ਹੋ। ਤਾਂ ਬਿਹਤਰ ਇਹੀ ਹੈ ਕਿ ਬੁੱਢੇ ਨੂੰ ਬੁੱਢਾ ਹੀ ਰਹਿੰਦੇ ਹੋਏ ਫਿਰ ਤਿਤਲੀਆਂ ਫੜਵਾਉਣਾ, ਫਿਰ ਇਸਤਰੀਆਂ ਦੇ ਪਿੱਛੇ ਭਜਾਉਣਾ, ਫਿਰ ਮੰਦਰ 'ਚ ਭਜਾਉਣਾ। ਇਹ ਪਰ ਹੋ ਇਹੀ ਰਿਹਾ ਕਿਉਂਕਿ ਅੰਦਰ ਦੀ ਆਤਮਾ ਤਾਂ ਉਹੀ ਹੈ। ਉਹਨਾਂ ਸਵਰ ਲਹਿਰਾਂ ਤੋਂ ਸਵਰਬੱਧਤਾ ਦਾ ਪਾਠ ਸਿੱਖਣਾ, ਉਹੀ ਪਾਠ ਜੀਵਨ ਦਾ ਜਮ੍ਹਾਂ ਸ਼ੁਦਾ ਸਾਰ ਹੈ। ਧੰਨਵਾਦ।